ਲੱਜਾ ਰਾਖ ਲੇਹ ਸਧਨਾ ਜਨ ਤੋਰਾ। ਧਰਮਾਂ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ। ਬਾਹਰ ਵਸਤ ਨਾ ਭਾਲ। ਜੋ ਭਾਵੈ ਸੋ ਭੁੰਚ ਤੂੰ। ਗੁਰਮੁਖ ਨਦਰ ਨਿਹਾਲ। ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ। ਬਾਹਰ ਵਸਤੁ ਨਾ ਭਾਲ। ਜੋ ਭਾਵੈ ਸੋ ਭੁੰਚ ਤੂੰ। ਗੁਰਮੁਖ ਨਦਰ ਨਿਹਾਲ। ਗੁਰਮੁਖ ਨਦਰ ਨਿਹਾਲ ਮਨ ਮੇਰੇ। ਅੰਤਰ ਹਰਿ ਨਾਮ ਸਖਾਈ। ਮਨ ਮੁਖ ਅੰਧੁਲੇ ਗਿਆਨ ਵਿਹੂਣੇ। ਦੂਜੈ ਭਾਏ ਖੁਆਈ। ਬਿਨ ਨਾਵੈ ਕੋ ਛੂਟੈ ਨਾਹੀ। ਸਭ ਬਾਧੀ ਜਮ ਕਾਲ। ਨਾਨਕ ਅੰਤਰ ਤੇਰੇ ਨਿਧਾਨ ਹੈ। ਤੂੰ ਬਾਹਰ ਵਸਤੁ ਨਾ ਭਾਲ। ਬਿਨ ਨਾਵੈ ਕੋ ਛੂਟੈ ਨਾਹੀ। ਸਭ ਬਾਧੀ ਜਮ ਕਾਲ। ਨਾਨਕ ਅੰਤਰ ਤੇਰੇ ਨਿਧਾਨ ਹੈ। ਤੂੰ ਬਾਹਰ ਵਸਤੁ ਨਾ ਭਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ
ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਡੇ ਵਾਸਤੇ ਬਖਸ਼ਿਸ਼ ਦਾ ਦਰ ਖੋਲ੍ਹਿਆ। ਸਾਚੇ ਸਾਹਿਬ ਦੀ ਰਹਿਮਤ ਸ਼ਬਦ ਕਰਕੇ ਵਰਤੀ ਤੇ ਬੜਾ ਪਿਆਰਾ ਬਚਨ ਪ੍ਰਾਪਤ ਹੋਇਆ, ਭਾਈ ਕੋਈ ਜਾਣੈ ਕਵਨ ਇਹਾਂ ਜਗ ਮੀਤ। ਭਈ ਸੰਸਾਰ 'ਚ ਹੈ ਤੇ ਬਹੁਤ ਸਾਰੇ ਲੋਕ, ਅਸੀਂ ਬਹੁਤ ਸਾਰੀ ਗਿਣਤੀ ਵਿੱਚ ਆ, ਔਰ ਇੱਕ ਦੂਜੇ ਨੂੰ ਆਪਣੇ ਮਿੱਤਰ ਭਾਈ ਭੈਣ ਸੰਬੰਧੀ ਵੀ ਬਹੁਤ ਸਾਰੇ ਕਹਿੰਦੇ ਹਾਂ, ਦਾਅਵੇ ਵੀ ਬਹੁਤ ਸਾਰੇ ਕਰਦੇ ਹੋਵਾਂਗੇ, ਪਰ ਕੀ ਅਸਲੀਅਤ ਵਿੱਚ ਐਕਚੁਅਲੀ ਕੋਈ ਮੀਤ ਹੈ ਕਿਸੇ ਦਾ? ਤੇ ਮਹਾਰਾਜ ਕਹਿੰਦੇ ਫਿਰ ਇਹ ਗੱਲ ਨੂੰ ਤਾਂ ਕੋਈ ਬਿਰਲਾ ਹੀ ਜਾਣਦਾ ਹੈ। ਮਹਾਰਾਜ ਕੌਣ ਜਾਣਦਾ ਹੈ? ਕਿਸ ਨੂੰ ਸਮਝ ਪੈਂਦੀ ਹੈ? ਜਿਸ ਹੋਏ ਕਿਰਪਾਲ, ਜਿਸ ਉੱਤੇ ਕਿਰਪਾ ਹੋ ਜਾਂਦੀ ਹੈ। ਇਹਦਾ ਮਤਲਬ ਕਿ ਬਹੁਤ ਕੀਮਤੀ ਹੈ ਕਿਰਪਾ। ਸਾਡੇ ਜੀਵਨ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਬਹੁਤ ਕੀਮਤੀ ਹੈ। ਆ ਸਾਡੇ ਕੋਲ ਦੁਨੀਆ ਭਰ ਦਾ ਗਿਆਨ ਹੋਵੇ, ਧਿਆਨ ਹੋਵੇ, ਚੀਜ਼ਾਂ ਹੋਵਣ, ਤੇ ਜੇ ਕਿਰਪਾ ਨਾ ਹੋਵੇ ਤੇ ਫਿਰ ਕੀ ਕਰੋਗੇ? ਤੇ ਦੂਜੇ ਪਾਸੇ ਅਸੀਂ ਵੇਖਦੇ ਹਾਂ ਕਿਸੇ ਜੀ ਤੇ ਗੁਰੂ ਦੀ ਕਿਰਪਾ ਵਰਤ ਗਈ, ਉਹ ਗਿਆਨੀ ਆ ਕਿ ਨਹੀਂ, ਧਿਆਨੀ ਆ ਕਿ ਨਹੀਂ, ਪੜ੍ਹਿਆ ਲਿਖਿਆ ਕਿ ਨਹੀਂ, ਬੜਾ ਸੁਖੀ ਹੈ, ਆਨੰਦਤ ਹੈ। ਔਰ ਸਾਡਾ ਇਤਿਹਾਸ ਭਰਿਆ ਪਿਆ ਐਸੇ ਪਿਆਰਿਆਂ ਦਾ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋਈ ਤੇ ਉਹ ਸਿਖਰਾਂ ਨੂੰ ਛੂਹ ਗਏ। ਜ਼ਿੰਦਗੀ ਦੇ ਵਿੱਚ ਉਹ ਕਰਤੱਵ ਕਾਰਜ ਕਰ ਗਏ ਜੋ ਵੱਡੇ ਵੱਡੇ ਲੋਕਾਂ ਲਈ ਅਸੰਭਵ ਸਨ, ਤੇ ਜਿਹੜੇ ਕਿਰਪਾ ਤੋਂ ਸੱਖਣੇ ਰਹਿ ਗਏ। ਬਹੁਤ ਕੁਝ ਹੋਵਣ ਦੇ ਬਾਵਜੂਦ ਵੀ ਉਹ ਨਖਿੱਧ ਮੰਨੇ ਗਏ, ਘੱਟੇ ਕੌਡੀਆਂ 'ਚ ਰੁਲ ਗਏ। ਦਾ ਮਤਲਬ ਸਾਨੂੰ ਕਿਰਪਾ ਪ੍ਰਾਪਤ ਕਰਨੀ ਚਾਹੀਦੀ ਹੈ, ਯਤਨ ਕਰਨਾ ਚਾਹੀਦਾ ਸਾਡੇ 'ਤੇ ਕਿਰਪਾ ਹੋਵੇ। ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੇ ਘਟਨਾਕ੍ਰਮ 'ਚੋਂ ਦੋ ਵਿਅਕਤੀਆਂ ਦੇ ਨਾਮ ਦੇਖੇ ਨਾ, ਇੱਕ ਹੀ ਰਾਤ ਦਰਮਿਆਨ 'ਚ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਉੱਤੇ ਪਹਾੜੀਆਂ ਨੇ ਇੱਕ ਹਾਥੀ ਦੇ ਸਿਰ 'ਤੇ ਤਵੀਆਂ ਬੰਨ੍ਹ ਕੇ ਕਹਿੰਦੇ ਸ਼ਰਾਬ ਪਿਲਾ ਕੇ ਮਸਤ ਕਰਕੇ ਕਿਲ੍ਹੇ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਵਾਸਤੇ ਭੇਜੇ। ਇੰਤਜ਼ਾਮਾਤ ਹੋਏ। ਸੂਹੀਆਂ ਨੇ ਖਬਰ ਕੀਤੀ, ਮਹਾਰਾਜ ਕੱਲ੍ਹ ਦਿਨ ਚੜ੍ਹਦਿਆਂ ਬੜਾ ਭਿਅੰਕਰਤਾ ਦਾ ਦਿਨ ਹੋਵੇਗਾ। ਮਹਾਰਾਜ ਕਹਿਣ ਲੱਗੇ ਕੀ ਹੋਇਆ ਭਾਈ? ਕਹਿਣ ਲੱਗੇ ਪਤਾ ਲੱਗਾ ਇਹ ਸੂਹੀਆਂ ਨੇ ਖਬਰ ਦਿੱਤੀ ਹੈ ਕਿ ਪਹਾੜੀਆਂ ਨੇ ਕੋਈ ਮਸਤ ਹਾਥੀ ਤਿਆਰ ਕੀਤਾ, ਸ਼ਰਾਬ ਪਿਲਾ ਰਹੇ ਨੇ ਉਹਨੂੰ ਤਿਆਰ ਕਰਨੇ, ਉਹਦੇ ਸਰੀਰ 'ਤੇ ਤਵੀਆਂ ਲੋਹੇ ਆਦਿਕ ਬਣ ਰਹੇ ਨੇ ਤਾਂ ਕਿ ਉਹ ਜਿੱਧਰ ਜਾਏ ਤਬਾਹੀ ਮਚਾਉਂਦਾ ਜਾਏਗਾ। ਕਹਿੰਦੇ ਨੇ ਉਹਦੀ ਸੁੰਨ 'ਤੇ ਵੀ ਕੋਈ ਵੱਡੀ ਤਲਵਾਰ ਬੰਨ੍ਹ ਦਿੱਤੀ ਹੈ, ਉਹ ਸੁੰਨ ਘੁਮਾਏਗਾ ਅਤੇ ਜਿੱਧਰ ਵੱਢਦਾ ਚਲਾ ਜਾਏਗਾ। ਮਹਾਰਾਜ ਨੇ ਸੁਣਿਆ ਅਤੇ ਕਹਿਣਗੇ ਕੋਈ ਗੱਲ ਨਹੀਂ, ਜੇ ਉੱਧਰੋਂ ਹਾਥੀ ਆ ਰਿਹਾ ਅਤੇ ਸਾਡੇ ਕੋਲ ਵੀ ਹਾਥੀ ਹੈਗਾ, ਅਸਾਂ ਦਾ ਹਾਥੀ ਮੁਕਾਬਲਾ ਕਰੇਗਾ। ਜਿਹੜੇ ਸਿਪਾਹੀ ਖਾਲਸਾ ਦਲ ਦੇ ਸਨ ਦਾਏਂ ਬਾਏਂ ਦੇਖਣ ਲੱਗੇ, ਮਹਾਰਾਜ ਸਾਡੇ ਕੋਲ ਤਾਂ ਹਾਥੀ ਕੋਈ ਨਹੀਂ। ਆਨੰਦਪੁਰ ਦੀ ਫੌਜ ਦੇ ਵਿੱਚ ਸਿਵਾਏ ਪ੍ਰਸਾਦੀ ਤੋਂ ਹੋਰ ਵੱਡੇ ਕਿਸੇ ਹਾਥੀ ਦਾ ਜੰਗੀ ਇਤਿਹਾਸ ਜ਼ਿਕਰ ਕੋਈ ਨਹੀਂ ਆਉਂਦਾ। ਅਤੇ ਪ੍ਰਸਾਦੀ ਲੜਾਕਾ ਹਾਥੀ ਨਹੀਂ ਹੈ, ਉਹ ਜੰਗੀ ਨਹੀਂ ਹੈ। ਮਹਾਰਾਜ ਆਪਣੀ ਫੌਜ ਵਿੱਚ ਤਾਂ ਹਾਥੀ ਕੋਈ ਨਹੀਂ। ਕਹਿਣ ਲੱਗੇ ਲੈ ਆਹ ਦੁਨੀ ਚੰਦ ਏਡਾ ਲੰਬਾ ਚੌੜਾ ਸਰੀਰ ਇਹਦਾ, ਇਹ ਹਾਥੀ ਤੋਂ ਘੱਟ ਹੈ, ਇਹ ਮੁਕਾਬਲਾ ਕਰੇਗਾ। ਕੱਲ੍ਹ ਦੁਨੀ ਚੰਦ ਭਾਈ ਤੇਰਾ ਕੰਮ ਹੈ, ਕੱਲ੍ਹ ਹਾਥੀ ਦਾ ਤੂੰ ਮੁਕਾਬਲਾ ਕਰਨਾ। ਉਦੋਂ ਤੇ ਸਾਹਮਣੇ ਪੋਲੇ ਪੋਲੇ ਹੱਥ ਜੋੜ ਤੇ ਹਾਂਜੀ ਹਾਂਜੀ ਹੋ ਗਈ, ਪਰ ਫਿਰ ਹੁਣ ਦਿਮਾਗ ਚੱਲਣ ਲੱਗ ਪਿਆ, ਲੈ ਮਨਾ ਹਾਥੀ ਕਿੱਥੇ? ਕਹਿੰਦੇ ਉਹ ਵੀ ਹਾਥੀ ਜਿਹਨੂੰ ਸ਼ਰਾਬ ਪਿਲਾਈ ਹੋਈ, ਜਿਹਨੂੰ ਮਸਤ ਕਹਿੰਦੇ ਨੇ, ਖੂਨੀ ਕਹਿੰਦੇ, ਮਾਰੇ ਜਾਵਾਂਗੇ। ਰਾਤ ਪਈ, ਆਪਣੇ 5-10 ਬੰਦੇ ਇਕੱਠੇ ਕੀਤੇ, ਕਹਿਣ ਲੱਗੇ ਪਤਾ ਨਹੀਂ ਕੀ ਹੋ ਗਿਆ ਗੁਰਦੇਵ ਨੂੰ, ਇੱਥੇ ਮਰਵਾ ਦੇਣਗੇ। ਅੱਜ ਮੇਰੀ ਵਾਰੀ ਆਈ ਹੈ, ਕੱਲ੍ਹ ਤੁਹਾਡੀ ਵਾਰੀ ਹਾਥੀ ਨੂੰ ਲੜਾ ਕੇ ਮਾਰਨਗੇ। ਭੱਜ ਚਲੋ ਇੱਥੋਂ ਪਿਆਰਿਓ, ਜਾਨ ਬਚੀ ਤੇ ਸਭ ਕੁਛ ਹੈ। ਫਿਰ ਆ ਕੇ ਮਾਫੀ ਮੰਗ ਲਾਂਗੇ, ਵੇਖੀ ਜੋ ਚਲੀਏ ਰਾਤੋਂ ਰਾਤ। ਕਹਿੰਦੇ ਨੇ ਕਿਲ੍ਹੇ ਦੀ ਦੀਵਾਰ ਟੱਪ ਕੇ ਨੱਠੇ ਨੇ, ਕੋਸ਼ਿਸ਼ਾਂ ਕੀਤੀਆਂ ਬਾਕੀ ਤੇ ਨੱਠੇ, ਪਰ ਇੰਨਾ ਸਰੀਰ ਮੋਟਾ ਸੀ ਕਿ ਲੱਤ ਟੁੱਟ ਗਈ ਰੱਸਾ ਟੁੱਟਣ ਕਰਕੇ। ਖੈਰ ਦਿਨ ਚੜ੍ਹਦੇ ਨੂੰ ਜਦੋਂ ਆਸਾ ਕੀ ਵਾਰ ਦਾ ਭੋਗ ਪਿਆ, ਉੱਧਰ ਜੰਗ ਦਾ ਬਿਗੁਲ ਵੱਜਣ ਦੀ ਤਿਆਰੀਆਂ ਹੋ ਰਹੀਆਂ ਨੇ, ਅਤੇ ਸੇਵਾਦਾਰ ਆ ਕੇ ਕਹਿਣ ਲੱਗਾ ਮਹਾਰਾਜ ਦੁਨੀ ਚੰਦ ਤਾਂ ਭੱਜ ਗਿਆ,
रातों रात खेमा खाली कर गया। महाराज कहने कोई गल नहीं। फिर पूछता महाराज फिर अज की बनेगा? सानू सूईए ते कहते हैं पूरी तैयारी है जी, हाथी उन्होंने तैयार हो चुका है। महाराज कहने कोई गल नहीं, जो उधरों हाथी आ रहा तो अपना शेर मुकाबला करेगा। बचित्र सिंह उरा कोल बैठे ने आसा की वार दे रस भिजे हुए गुरू गड़ूंद ने सरबोर आत्म रस पाई। बचित्र सिंह छोटे जे कद दे कह लगे बचित्र सिंह हाथी का मुकाबला करना है। सत बचन महाराज, हाथी क्या बात है, तुसीं ते इंद्र दे ऐरावत नाल मुकाबला करने भेजो तद भी कोई गल नहीं, क्योंकि मुकाबला तो मैं करना ही नहीं, मुकाबला तो तुहाडी किरपा ने करना है, तो तुहाडी किरपा दे के कोई ठहर नहीं सकता, बख्शिश करो। महाराज ने थापड़ा दिता। कहने कि उस वक्त महाराज के सिंघासन के कोल जो बरशी सी जिन्होंने उस वक्त नागणी नाम रखिया सी, हथ दी। कह लगे बचित्र सिंह दे नाल मुकाबला करना। सत बचन और इतिहास असी वेखिए। हल्के शरीर के कद के भाई बचित्र सिंह ने हाथी का मूँह भवा दिता है। केवल मूँह ही नहीं भवाया, फतेह प्राप्त की है। दरअसल ना बचित्र सिंह लड़िया, ये किरपा ने जंग जिते है। जीवन का जंग भी किरपा जितेगी। गल सानू समझ आ जाए। दुनी चंद ने भज के अपने वालों जान बचाई तो गया कित्थे? नट के भज के घर ही गया होएगा ना। तो कहते घरद्या भी तो ढंग नाल मूँह ना लाया, लानतां पईयां, लत्त टुटी सो अंदर कोठे च पा दिता। चेता रखना, कहते ना सप लड़ के मरिया, जिसका मतलब उन्होंने अंदरले कोठे च अपने निज घर थां नहीं सी मिलिया। बाहर किते बरांडे बरुंडे च किते तूड़ी वाले कोठे थां जिथे सप आदਿਕ होंदे ने। खैर जीवन खत्म हो गया तो भाई बचित्र सिंह सद जीवन नूं प्राप्त करके ने अज भी जिउंदे ने। प्यार सत्कार सन्मान जदों भी कोई नाम लैंदा भाई बचित्र सिंह साहब या अदब नाल सिर झुकांदा है, तो जदों भी कोई दुनी चंद का नाम लैंदा तो मुख च लानत निकलदी है। बस यही गल समझनी सानू। अज महाराज यही सानू समझा रहे हैं, गुरसिखा तू बाहर मत भटक, तेरे अंदर कुछ है। आ बड़ा प्यारा बच्चा ना, मन मेरे अंतर तेरे निधान है। निधान कहते ने खजाने नूं। तेरे अंदर ताकतां दा बरकतां दा खजाना भरिया पिया। बस किसी ढंग नाल यतन कर, तेरा इस अंदरले खजाने तक संबंध बन जाए। बस इन्नी को रुकावट है साड़ी सारियां दी। अंदर ते खूटा भरिया, खजाने भरे ने, पर चूँकि सानू खजाने दा आभास ते है, पर पता नहीं कित्थे है। इन्हां ते पता है कि खजाना है किते, खजाने की सो भी है, पर सोच नहीं पता लग रही भी खजाना है कित्थे। इस करके इधर उधर नठे फिरदे हैं, इत्थे मिलेगा उत्थे मिलेगा, शायद इत्थे खजाना मिल जाएगा उत्थे मिल जाएगा, प्राप्तियां नहीं हो रही। असी वेखे सानू गुरबाणी विच भी कई बार दार्शनिक स्वरूप दे विच हिरन का जिक्र करके कहा है कि हिरन की नाभि च कस्तूरी है, उन्होंने खुशबू चंगी लगती है, आनंद आता है, पर खुशबू लभदा बाहर है। अपने शरीर क्यों खुशबू आ रही है, पर खुशबू नूं बाहर लभ रहे। वो जिधरों हवा रुख वगदी, हवा के रुख वाल तुरिया जाता, झाड़ियाँ झंगाड़ा फस जाता, सिंग फस जाते हैं, शिकारी मार लेंदे ने, मौत हो जाती है। तो जे किते उही हिरन बिल्कुल केंद्रित होके बैठ जाए तो शायद उन्होंने उठण का चेता ही ना रहे, क्योंकि सियाणे मनते ने कि उसकी कस्तूरी नाभि च हुंदी है। तो आपने किते वेखिया होना छोटे पशु जड़े ने, ये बकरियां हिरन जदों बैठते हैं अपने आनंद विच ते अपनी गर्दन मोड़ के नाभि के किनारे कर लेंदे ने। किते एक बार उतना बैठ जाता टिकदा आनंद विच, तो शायद दोबारा उठने की जरूरत ही ना पता लेंदी, पता लग जाता कि सुगंध ते नाभि चों आए। इस तरह सानू भी नहीं पता, सानू पता है ना क्या किते खजाना है, किते आनंद है, किते बरकत है। तो असीं तुरे फिरदे हाँ, इधर उधर ढूंढते फिरदे हाँ, कदे परिवार के जीआं नूं इकट्ठे करके डांटते डपटते, कदे लोभ लालचां मोहां च फसे हुए, कदे ईरखा निंदे चिगलिया करके भी ये डाउनफॉल जाए, ये टुटे तो शायद मैनू कुछ मिल जाए।
ਬਹੁਤੇ ਮਨੁੱਖ ਸਾਡੇ 'ਚੋਂ ਇਹੀ ਸੋਚੀ ਜਾਂਦੇ ਨੇ ਕਿ ਜੋ ਸਾਹਮਣੇ ਵਾਲਾ ਬੰਦਾ ਨਾ, ਇਹਨੂੰ ਡਿਗਾ ਦਿਓ ਕਿਸੇ ਤਰੀਕੇ ਨਾਲ, ਸ਼ਾਇਦ ਮੈਨੂੰ ਕੁਝ ਮਿਲ ਜਾਏ। ਪਰ ਸ਼ਾਇਦ ਕੰਪੀਟੀਸ਼ਨ ਇਸੇ ਦਾ ਕਿ ਉਲਟਾ ਨਾ ਬਣ ਗਿਆ। ਚਾਹੀਦਾ ਤਾਂ ਅਸੀਂ ਕਿ ਢੰਗ ਦੇ ਨਾਲ ਤੂੰ ਤਰੱਕੀ ਕਰਨਾ ਹੀ, ਉਹ ਦੂਜੇ ਨੂੰ ਡਿਗਾਉਂਦਾ ਹੈ, ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ। ਸਾਰੀ ਰਾਜਗਰਦੀ ਰਾਜਨੀਤੀ ਮੰਡਲ ਆ ਵਪਾਰ ਦੇ ਵਿੱਚੋਂ ਕੰਪੀਟੀਸ਼ਨ ਹੈ, ਪ੍ਰੋਫੈਸ਼ਨ ਲੋਕਾਂ ਦੇ ਵਿੱਚੋਂ ਕੰਪੀਟੀਸ਼ਨ ਹੈ। ਇਹੀ ਤਾਂ ਇੱਕ ਹੈ। ਇਹ ਡਿੱਗੇ ਕਿਸੇ ਤਰੀਕੇ ਨਾਲ, ਇਹ ਪਿੱਛੇ ਰਹਿ ਜੇ ਕਿ ਸ਼ਾਇਦ ਮੈਨੂੰ ਕਿਤੇ ਕੁਛ ਹੋਰ ਮਿਲ ਜਾਏਗਾ। ਮਹਾਰਾਜ ਕਹਿਣ ਲੱਗੇ ਤਾਂ ਕੁਛ ਨਹੀਂ ਮਿਲਦਾ। ਆਤਮਿਕ ਅਭਿਆਸੀਆਂ ਗਿਆਨੀਆਂ ਨੇ ਮੰਨਿਆ ਕਿ ਇਸ ਆਨੰਦ ਦੀ ਪ੍ਰਾਪਤੀ ਵਾਸਤੇ ਮਨੁੱਖ ਦੀ ਚੇਤਨਾ ਪੱਖ ਨੇ, ਮਨੁੱਖ ਦੇ ਅੰਦਰ ਦੀ ਜੋ ਸੁਰਤ ਚੇਤਨਾ ਹੈ, ਕਿਤੇ ਆਨੰਦ ਮਿਲੇਗਾ। ਸ਼ਾਇਦ ਬਚਪਨ 'ਚ ਦੁੱਖਦੇ ਵੱਡੇ ਹੋਵਾਂਗੇ ਅਤੇ ਸਾਨੂੰ ਬੜਾ ਮਜ਼ਾ ਆਏਗਾ, ਆਨੰਦ ਮਿਲੇਗਾ। ਫਿਰ ਪਰਿਵਾਰ ਮਿਲ ਗਿਆ, ਪਰਿਵਾਰ 'ਚ ਆਨੰਦ ਹੋਵੇਗਾ। ਨਹੀਂ ਮਿਲਿਆ, ਸੰਤਾਨ ਹੋਏਗੀ, ਬੱਚੇ ਖਿਡਾਏ, ਸ਼ਾਇਦ ਬੱਚੇ ਵੱਡੇ ਹੋਣਗੇ ਅਤੇ ਆਨੰਦ ਮਿਲੇਗਾ। ਪਰ ਨਹੀਂ ਮਿਲਦਾ। ਇਹ ਪਤਾ ਕਿਹੜੀਆਂ ਚੀਜ਼ਾਂ ਨੇ? ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿਬੋ ਕੋਏ। ਇਹ ਪੋਖਰੇ ਨੇ ਸਾਡੇ। ਜਿਵੇਂ ਕੋਈ ਤਾਂ ਧਾਰਾ ਪਹਾੜ ਦੀ ਤਲਹਟੀ 'ਚੋਂ ਨਿਕਲੀ, ਝਰਨਾ ਪੁੱਟਿਆ, ਸੋ ਮਿਲੀ, ਸਾਗਰ ਤੱਕ ਪਹੁੰਚ ਕਰਨੀ ਪਈ, ਉੱਥੇ ਆਨੰਦ ਹੈ। ਉਹ ਤੇ ਉੱਧਰ ਤੁਰ ਗਈ ਅਤੇ ਉਹਦੇ ਨਾਲ ਹੀ ਨਾਲ ਕਿਤੇ ਸਾਡੇ ਵਰਗੇ ਕਿਸੇ ਜੀਅ ਨੂੰ ਪਤਾ ਲੱਗਾ ਕਿ ਭਈ ਸਾਗਰ 'ਚ ਮੋਤੀ ਵੀ ਹੁੰਦੇ ਨੇ, ਅਤੇ ਉਹਦੀ ਧਾਰਾ ਦੇ ਨਾਲ ਨਾਲ ਉਹ ਵੀ ਤੁਰਿਆ। ਹੁਣ ਧਾਰਾ ਕੁਝ ਸਮੇਂ ਕਿਸੇ ਛੱਪੜ ਚਟਕੀ, ਉਹ ਵੀ ਛੱਪੜ 'ਚ ਹੱਥ ਮਾਰਨ ਲੱਗ ਪਿਆ। ਪਰ ਧਾਰਾ ਨੇ ਤੇ ਆਪਣਾ ਛੱਪੜ ਨੂੰ ਭਰਿਆ ਅਤੇ ਉਹ 'ਤੇ ਅਗਾਂਹ ਨਿਕਲ ਗਈ। ਅਤੇ ਸਾਡੇ ਵਰਗੇ ਜੀਵ ਸੇ ਛੱਪੜ 'ਚ ਚਿੱਕੜ ਭਾਲਦੇ ਖੁੱਲ੍ਹਦੇ ਰਹਿ ਗਏ। ਧਾਰਾ ਤੇ ਹੋਰ ਅਗਾਂਹ ਨਿਕਲ ਗਈ, ਨਿਕਲਦੀ ਨਦੀ ਬਣ ਗਈ, ਦਰਿਆ ਬਣ ਗਈ, ਉਹ 'ਤੇ ਸਾਗਰ ਤੱਕ ਪਹੁੰਚ ਗਈ। ਪਰ ਸਾਡੇ ਵਰਗੇ ਜੀ ਉਸੇ ਛੱਪੜ ਜਿਹਦੇ ਵਿੱਚੋਂ ਦੀ ਧਾਰਾ ਲੰਘ ਕੇ ਗਈ ਸੀ, ਅਸੀਂ ਉਹਦੇ ਚਿੱਕੜ 'ਚ ਹੱਥ ਮਾਰਦੇ ਰਹਿ ਗਏ। ਸਾਨੂੰ ਉੱਥੋਂ ਕੀ ਮਿਲਣਾ ਸੀ? ਥੋੜ੍ਹਾ ਜਿਹਾ ਪਾਣੀ, ਥੋੜ੍ਹੀ ਜਿਹੀ ਠੰਡਕ, ਬਸ। ਇਸੇ ਤਰ੍ਹਾਂ ਇਹਨੇ ਜਿਹਨੇ ਸਾਡੇ ਇਹ ਆਨੰਦ ਦੇ ਸੋਮੇ ਬਣਾਏ ਨਾ ਸਾਂ ਕਿ ਪਰਿਵਾਰ ਮਿਲ ਗਿਆ, ਧਨ ਮਿਲ ਗਿਆ, ਵਪਾਰ ਮਿਲ ਗਿਆ, ਰੁਤਬਾ ਮਿਲ ਗਿਆ, ਵਿੱਦਿਆ ਮਿਲ ਗਈ, ਬਹੁਤਾ ਅਹੁਦਾ ਮਿਲ ਗਿਆ, ਪ੍ਰਤਿਸ਼ਠਾ ਮਿਲ ਗਈ, ਇਹ ਪੋਖਰੇ ਨੇ। ਇੱਥੋਂ ਥੋੜ੍ਹਾ ਜਿਹਾ ਕੁਛ ਮਿਲਦਾ ਹੈ, ਇਹ ਨਹੀਂ ਕਿ ਨਹੀਂ ਮਿਲਦਾ। ਥੋੜ੍ਹਾ ਜਿਹਾ ਸਕੂਨ, ਥੋੜ੍ਹਾ ਜਿਹਾ ਸੁੱਖ, ਥੋੜ੍ਹੀ ਜਿਹੀ ਪ੍ਰਭੁਤਾ ਮਿਲਦੀ ਹੈ। ਪਰ ਥੋੜ੍ਹੇ ਸਮੇਂ ਬਾਅਦ ਲੱਗਦਾ ਨਹੀਂ ਤੇ ਕੁਛ ਵੀ ਨਹੀਂ ਸੀ, ਉਹਦੇ ਕੋਲ ਜ਼ਿਆਦਾ ਹੈ। ਇਸੇ ਕਰਕੇ ਉਹਦੇ ਵੱਲ ਵੇਖਣ ਲੱਗ ਪਈਦਾ। ਗੁਰੂ ਪਾਤਸ਼ਾਹ ਕਹਿਣ ਲੱਗੇ ਨਾ ਪੋਖਰਿਆਂ 'ਚੋਂ ਆਨੰਦ ਨਹੀਂ ਮਿਲਣਾ, ਇਹ ਮਿਲਣਾ ਹੈ ਸਾਗਰਾਂ ਦੇ ਵਿੱਚੋਂ। ਮੋਤੀ ਸਾਗਰਾਂ 'ਚੋਂ ਮਿਲਦੇ ਨੇ। ਇਸ ਕਰਕੇ ਮਨਾਂ ਤੂੰ ਇੱਧਰ ਉੱਧਰ ਭਟਕਣਾ, ਆਪਣੇ ਅੰਦਰ ਝਾਤ ਪਾ, ਆਪਣੇ ਅੰਦਰ ਟਿਕ। ਅੰਦਰ ਖੂਟਾ ਅੰਮ੍ਰਿਤ ਭਰਿਆ। ਮਹਾਰਾਜ ਤੇ ਤਾਂ ਕਹਿੰਦੇ ਨੇ ਤੇਰੇ ਅੰਦਰ ਖੂਹ ਭਰਿਆ ਅੰਮ੍ਰਿਤ ਦਾ। ਮਹਾਰਾਜ ਕਿਵੇਂ ਪੀਵਾਂ? ਕਹਿਣ ਲੱਗੇ ਸ਼ਬਦੇ ਕਾਢ ਪੀਐ ਪਨਹਾਰੀ। ਆ ਵੇਖਿਆ ਨਾ ਖੂਹ 'ਚੋਂ ਪਾਣੀ ਕੱਢਣ ਵਾਲੀਆਂ ਬੀਬੀਆਂ ਘੜੇ ਨੂੰ ਜਾਂ ਬਾਲਟੀ ਨੂੰ ਰੱਸੀ ਬੰਨ੍ਹ ਕੇ ਪਹਿਲਾਂ ਡਿਗਾ ਦਿੰਦੀਆਂ ਨੇ, ਉਹ ਡੁੱਬ ਜਾਂਦਾ, ਫਿਰ ਖਿੱਚ ਕੇ ਭਰ ਲੈਂਦੀਆਂ ਨੇ। ਇਸ ਤਰ੍ਹਾਂ ਭਾਈ ਪਹਿਲਾਂ ਆਪਣੀ ਸੁਰਤ ਨੂੰ, ਆਪਣੀ ਚੇਤਨ ਨੂੰ ਅੰਦਰ ਡੁਬੋ, ਅੰਦਰ ਨੀਵਾਂ ਹੋ, ਕਿਉਂਕਿ ਉਸ ਘੜੇ ਨੂੰ, ਇਸ ਬਾਲਟੀ ਨੂੰ ਪਹਿਲਾਂ ਨੀਵਾਂ ਜਾਣਾ ਪੈਂਦਾ। ਜੋ ਨੀਵਾਂ ਜਾਂਦਾ ਹੈ ਉਹੀ ਭਰਦਾ ਹੈ, ਜੋ ਨੀਵਾਂ ਨਹੀਂ ਜਾਂਦਾ ਉਹ ਭਰਦਾ ਵੀ ਕਦੇ ਨਹੀਂ। ਇਸ ਕਰਕੇ ਪਹਿਲਾਂ ਨੀਵਾਂ ਹੋ। ਮਿੱਠਤ ਨੀਵੀਂ ਹੈ, ਨਿਵਾਣ ਵੱਲ ਚੱਲ, ਪਾਣੀ ਨਿਵਾਣ ਵੱਲ ਚੱਲਦਾ ਹੈ। ਮਨਾ ਤੂੰ ਵੀ ਮਨਾ ਨੀਵਾਂ ਹੋ। ਆ ਰੋਜ਼ਾਨਾ ਆਪਾਂ ਇੱਕ ਛੋਟਾ ਜਿਹਾ ਲਫ਼ਜ਼ ਅਰਦਾਸ ਵਿੱਚ ਵਰਤਦੇ ਹੁੰਦੇ ਹਾਂ, ਸਿੱਖਾਂ ਦਾ ਮਨ ਨੀਵਾਂ। ਮਨ ਨੀਵਾਂ ਹੋਵੇ ਤੇ ਫਿਰ ਮੱਤ ਉੱਚੀ ਉੱਠਦੀ ਹੈ, ਅਤੇ ਜੇ ਮਨ ਨੀਵਾਂ ਨਾ ਹੋਵੇ ਤਾਂ ਮੱਤ ਉੱਚੀ ਨਹੀਂ ਉੱਠਦੀ। ਇਹ ਛਾਬਿਆਂ ਵਾਂਗ ਹੁੰਦਾ ਹੈ। ਆ ਕਦੇ ਕਦੇ ਆਪਣਾ ਤੱਕੜੇ ਦੇ ਛਾਬੇ ਦੇਖੇ ਨਾ, ਇੱਕ ਨੀਵਾਂ ਹੋਏਗਾ ਅਤੇ ਦੂਜਾ ਉੱਚਾ ਉੱਠ ਜਾਏਗਾ, ਦੂਜਾ ਨੀਵਾਂ ਹੋਏਗਾ ਤਾਂ ਪਹਿਲਾ ਉੱਚਾ ਉੱਠ ਜਾਏਗਾ। ਜੇ ਮਨ ਨੀਵਾਂ ਹੋਏਗਾ ਤਾਂ ਮੱਤ ਉੱਚੀ ਉੱਠੇਗੀ। ਅਤੇ ਚੇਤਾ ਰੱਖਣਾ, ਜੇ ਮੱਤ ਨੀਚੀ ਪਊਗੀ, ਨਿਵਾਣ ਵੱਲ ਚਲੀ ਗਈ, ਅਤੇ ਮਨ ਹੰਕਾਰ ਉੱਚਾ ਉੱਠ ਕੇ ਚਲਾ ਜਾਏਗਾ। ਦੋਨਾਂ 'ਚ ਮੁਸ਼ਕਿਲਾਤ ਹੋ ਜਾਏਗੀ, ਸਮਤੋਲ ਬੜਾ ਮੁਸ਼ਕਿਲ ਹੋ ਜਾਏਗਾ। ਮਹਾਰਾਜ ਕਹਿਣ ਲੱਗੇ ਇਸ ਕਰਕੇ ਤੂੰ ਸੁੱਖ ਭਾਲਦਾ ਹੈ, ਤੂੰ ਸੱਚ ਲੱਭਣਾ ਹੈ, ਕਿਉਂਕਿ ਸਾਨੂੰ ਇੱਥੇ ਕਿ ਸੱਚ ਸੰਭਾਲ, ਤੂੰ ਸੱਚ ਦੀ ਸੰਭਾਲ ਕਰਨੀ ਹੈ। ਅਤੇ ਸੱਚ ਆ ਲਫ਼ਜ਼ਾਂ ਦਾ ਬੋਲਣ ਵਾਲਾ ਨਹੀਂ, ਜਿਹੜਾ ਤੁਸੀਂ ਸੁਣਾ ਕੇ ਬੋਲਦੇ ਨਹੀਂ। ਸੱਚ ਜੋ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ।
ਜੋ ਸਦੀ ਵੀ ਸੱਤ ਹੈ, ਜਿਹਨੂੰ ਗੁਰਬਾਣੀ 'ਚ ਬਹੁਤ ਥਾਂ 'ਤੇ ਸੱਤ ਕਿਹਾ। ਆ ਜੋ ਕੁਝ ਹੈ ਸੱਤ ਹੈ। ਦਾਰਸ਼ਨਿਕ ਲੋਕ ਕਹਿੰਦੇ ਨੇ ਗਿਆਨ ਦ੍ਰਿਸ਼ਟੀ ਦੇ ਨਾਲ ਦੇਖ ਤੇ ਸਵੀਕਾਰ ਕਰ ਕਿ ਹਾਂ ਇਹ ਹੈ। ਜੋ ਗੁਰਬਾਣੀ 'ਚ ਇੱਕ ਵਚਨ ਹੈ, ਤੂੰ ਹੋਵਨਹਾਰ, ਤੇਰੇ ਸਾਹਮਣੇ ਕੰਡੇ ਨੇ, ਤੂੰ ਪਹਿਲਾਂ ਮੰਨ ਲੈ ਕਿ ਹਾਂ ਕੰਡੇ ਨੇ। ਐਵੇਂ ਉਹ ਖੁਸ਼ਫਹਿਮੀਆਂ 'ਚ ਨਾ ਰਹੇ ਨਹੀਂ ਜੀ ਕੰਡੇ ਨਹੀਂ ਜੀ ਫੁੱਲ ਨੇ ਨਹੀਂ, ਕੰਡੇ ਨੇ। ਮੰਨ ਕਿ ਹਾਂ ਕੰਡੇ ਨੇ, ਸੱਤ ਹੈ, ਕਿਉਂਕਿ ਕੰਡੇ ਵੀ ਤੇ ਕੁਦਰਤ ਦਾ ਹਿੱਸਾ ਨੇ। ਜੇ ਕੰਡੇ ਨਹੀਂ ਸਮਝ ਆ ਜਾਏ, ਇਹ ਸੱਚ ਨੂੰ ਸਵੀਕਾਰ ਕਰ ਲਵੇ ਤੇ ਫਿਰ ਉਹਦਾ ਇੰਤਜ਼ਾਮ ਵੀ ਹੋ ਜਾਏਗਾ। ਤੇ ਜੇ ਤੂੰ ਇਸ ਖੁਸ਼ਫਹਿਮੀ 'ਚ ਰਹੇ ਨਹੀਂ, ਮੈਂ ਅੱਖਾਂ ਮੀਟਾਂਗਾ, ਇਹ ਕੰਡੇ ਫੁੱਲ ਬਣ ਜਾਣਗੇ, ਇਹ ਕੰਡੇ ਗੁਲਾਬ ਬਣ ਜਾਣਗੇ, ਕੋਈ ਆਏਗਾ ਕੰਡੇ ਚੁਣ ਦੇਵੇਗਾ, ਤੇ ਖੁਸ਼ਫਹਿਮੀਆਂ 'ਚ ਹੀ ਰਹਿ। ਇਹ ਕੰਡੇ ਉੱਥੇ ਰਹਿਣੇ ਨੇ ਤੇ ਤੇਰੀ ਯਾਤਰਾ ਰੁਕੀ ਰਹਿਣੀ ਆ। ਖੁਸ਼ਫਹਿਮੀਆਂ ਵਿੱਚ ਮਤ ਰਹੋ, ਯਥਾਰਥ ਨੂੰ, ਅਸਲੀਅਤ ਨੂੰ, ਉਹੀ ਤੇ ਸੱਚ ਹੈ, ਸਵੀਕਾਰ ਕਰ ਲਓ। ਇਹੀ ਤੇ ਮੁੱਲਾ ਜੀ ਦੇ ਰਾਹੀਂ, ਮੁੱਲਾ ਨਹੀਂ ਭਾਈ ਮੁੱਲਾ ਜੀ ਦੇ ਰਾਹੀਂ ਮਹਾਰਾਜ ਨੇ ਲਿਖਿਆ ਸੀ ਕਿ ਸੱਚ ਹੈ, ਮੌਤ ਅਸਲੀਅਤ ਹੈ, ਇਹੀ ਸੱਚ ਹੈ, ਖੁਸ਼ਫਹਿਮੀ ਨਹੀਂ। ਜੋ ਕੁਝ ਵੀ ਤੇਰੇ ਸਾਹਮਣੇ ਹੈ ਇਹ ਸੱਚ ਹੈ, ਇਸ ਨੂੰ ਇਸੇ ਤਰ੍ਹਾਂ ਸਵੀਕਾਰ ਕਰ ਲੈ। ਸ਼ਾਇਦ ਭਾਣੇ ਨੂੰ ਤੇ ਰਜ਼ਾ ਨੂੰ ਮੰਨਣ ਵਾਲੇ ਜੀ ਮੰਨਦੇ ਨੇ, ਜੋ ਜੈਸਾ ਹੈ ਵੈਸਾ ਹੀ ਸਵੀਕਾਰ ਕਰ ਲੈ। ਸਵੀਕਾਰਤਾ ਮੰਨ ਲੈ ਕਿ ਹਾਂ ਜਗਤ ਇੱਦਾਂ ਦਾ ਹੀ ਹੈ, ਮੰਨ ਲੈ ਕਿ ਇੱਥੇ ਸਭ ਕੁਛ ਔਰ ਮੈਂ ਇਹਦੇ ਵਿੱਚ ਹੀ ਰਹਿਣਾ, ਇਹ ਵੀ ਮੰਨ ਲੈ, ਛੱਡ ਕੇ ਵੀ ਨਹੀਂ ਜਾਣਾ। ਇੱਥੇ ਨਿੰਦਾ ਵੀ ਹੈ, ਚੁਗਲੀ ਵੀ ਹੈ, ਇੱਥੇ ਕੰਮ ਵੀ ਹੈ, ਕ੍ਰੋਧ ਵੀ ਹੈ, ਇੱਥੇ ਪਿਆਰੇ ਵੀ ਨੇ, ਦੁਸ਼ਮਣ ਵੀ ਨੇ, ਮਿੱਤਰ ਸਭ ਕੁਛ ਹੈ। ਇੱਥੇ ਮੈਨੂੰ ਫੁੱਲ ਦੇਣ ਵਾਲੇ ਵੀ ਨੇ ਤੇ ਪੱਥਰ ਮਾਰਨ ਵਾਲੇ ਵੀ ਨੇ। ਇਹ ਸੱਚ ਨੇ, ਕਿਉਂਕਿ ਕਰਤੇ ਦੀ ਬਣਤਰ ਦਾ ਇਹ ਹਿੱਸਾ ਨੇ। ਕਰਤਰ ਨੇ ਆਪਣੇ ਬਣਤਰ ਆਪਣੇ ਹੁਕਮ 'ਚ ਬਣਾਏ ਨੇ, ਜੋ ਕਰਤੇ ਨੇ ਆਪਣੇ ਹੁਕਮ 'ਚ ਬਣਾਏ ਨੇ, ਮੈਨੂੰ ਉਹਨਾਂ ਤੋਂ ਕੋਈ ਇਤਰਾਜ਼ ਨਹੀਂ ਹੈ। ਭਗਤ ਇੱਥੇ ਖੜ੍ਹਦੇ ਨੇ। ਭਗਤਾਂ ਨੇ ਕਦੇ ਕਿਹਾ ਕਿ ਨਹੀਂ ਮੈਨੂੰ ਗੁਲਾਬ ਹੀ ਚਾਹੀਦਾ, ਮੈਨੂੰ ਕੰਡਾ ਨਹੀਂ ਚਾਹੀਦਾ, ਨਹੀਂ, ਭਗਤ ਕਹਿੰਦੇ ਜੋ ਹੈ ਠੀਕ ਹੈ। ਅਸੀਂ ਤੁਸੀਂ ਕਿ ਨਾ ਮੇਰੇ ਰਸਤੇ 'ਚ ਕੋਈ ਰੁਕਾਵਟ ਪੈਦਾ ਨਾ ਕਰੇ, ਮੈਨੂੰ ਤੇ ਬਣੀ ਬਣਾਈ ਦੇ ਦਿਓ। ਤੇ ਗੁਰੂ ਕਹਿੰਦੇ ਨਹੀਂ, ਕਿਰਤ ਕਰੋ, ਬਣਾਓ, ਮਿਹਨਤ ਕਰੋ। ਇਹ ਸੱਚ ਸਵੀਕਾਰ ਕਰ ਵੀ ਜੋ ਹੈ ਇਸੇ ਤਰ੍ਹਾਂ ਦਾ, ਔਰ ਇਸੇ ਤਰ੍ਹਾਂ ਦਾ ਹੀ ਮੈਨੂੰ ਸਵੀਕਾਰ ਹੈ। ਆ ਸਮਾਜਿਕ ਜੀਵਨ ਵਾਲੇ ਮਨੋਵਿਗਿਆਨਕ ਸਮਝਾਉਂਦੇ ਨੇ ਕਿ ਅਸੀਂ ਆਪਣੀ ਸਾਰੀ ਐਨਰਜੀ ਕਿੱਥੇ ਖਰਚ ਕਰਦੇ ਹਾਂ? ਦੂਜੇ ਨੂੰ ਬਦਲਣ ਦੇ ਵਿੱਚ। ਆਪਣੇ ਪਰਿਵਾਰਾਂ 'ਚ ਕਦੇ ਦੇਖ ਲੈਣਾ, ਪਤੀ ਪਤਨੀ ਸਾਰੀ ਉਮਰ ਇੱਕ ਦੂਜੇ ਨੂੰ ਬਦਲਣ ਦੀ ਕੋਸ਼ਿਸ਼ ਹੀ ਕਰਦੇ ਰਹਿੰਦੇ ਨੇ, ਪਰ ਬਦਲਦਾ ਕੋਈ ਨਹੀਂ ਤੇ ਜ਼ਿੰਦਗੀ ਬਦਲ ਜਾਂਦੀ ਹੈ। ਸਮਾਂ ਬਦਲ ਜਾਂਦਾ ਹੈ, ਉਹ ਬਦਲਦਾ ਨਹੀਂ, ਉੱਥੇ ਹੀ ਰਹਿੰਦਾ ਹੈ। ਇਸ ਕਰਕੇ ਉਸ ਨੂੰ ਬਦਲਣ ਦੇ ਚੱਕਰਾਂ 'ਚ ਮਤ ਰਹੋ। ਜੋ ਜੈਸਾ ਮਿਲ ਗਿਆ ਵੈਸਾ ਹੀ ਸਵੀਕਾਰ ਕਰ ਲਓ। ਸੱਤ ਹੈ, ਐਸਾ ਹੀ ਹੈ, ਇਹਦਾ ਬਦਲ ਨਹੀਂ ਹੈ ਉਹ, ਕਿਉਂਕਿ ਹਰ ਮਨੁੱਖ ਕਰਤੇ ਨੇ ਉਤਰਾਂ ਦਾ ਹੀ ਬਣਾਇਆ ਹੈ। ਇਸ ਸੱਚ ਨੂੰ ਸਵੀਕਾਰ ਕਰ, ਇਸ ਸੱਚ ਦੇ ਨਾਲ ਜਿਉਣਾ, ਇਸ ਨੂੰ ਸੰਭਾਲ ਲੈ। ਵੇਖਿਆ ਹੋਣਾ ਨਾ, ਪ੍ਰਿਥੀ ਚੰਦ ਉੱਦਾਂ ਦੇ ਹੀ ਨੇ, ਮਹਾਦੇਵ ਉੱਦਾਂ ਦੇ ਹੀ ਰਹੇ ਨਾ, ਸਾਰੀ ਉਮਰ ਉੱਦਾਂ ਰਹੇ। ਧੀਰਮਲ ਉਸੇ ਤਰ੍ਹਾਂ ਹੀ ਸਾਰੀ ਉਮਰ, ਨਹੀਂ ਬਦਲਾਅ ਹੋਇਆ। ਠੀਕ ਹੈ, ਆਪਣੇ ਥਾਂ 'ਤੇ ਰਹੋ। ਅੱਜ ਅਗਲੇ ਕਹਿੰਦੇ ਭਾਈ ਤੇਰੇ ਅੰਦਰ, ਤੂੰ ਉਹਨਾਂ ਨੂੰ ਚੱਕਰ 'ਚ ਕਿਉਂ ਪਿਆ ਹੋਇਆ? ਦੂਜਿਆਂ ਦੇ ਚੱਕਰ 'ਚ ਕਿਉਂ ਪਿਆ ਹੈ? ਤੂੰ ਆਪਣੇ ਚੱਕਰ 'ਚ ਪੈ, ਤੂੰ ਆਪਣੇ ਚੱਕਰਾਂ ਨੂੰ ਸੁਲਝਾ, ਤੇ ਤੇਰੇ ਅੰਦਰ ਤੇ ਕਰਤੇ ਨੇ ਖਜ਼ਾਨਾ ਭਰ ਦਿੱਤਾ ਹੈ। ਤੂੰ ਐਵੇਂ ਲੋਕਾਂ ਦੇ ਵੱਲ ਵੇਖੀ ਜਾਣਾ ਹੈ, ਲੋਕਾਂ ਨੂੰ ਵੇਖ ਵੇਖ ਕੇ ਝੂਰੀ ਜਾਣਾ ਹੈ। ਤੇਰੇ ਅੰਦਰ ਸਭ ਕੁਛ ਘਰਮ ਹੈ, ਬਾਹਰ ਨਹੀਂ। ਭਲਿਆ ਜੋ ਤੂੰ ਤਲਾਸ਼ ਕਰਨਾ ਚਾਹ ਰਿਹਾ ਹੈ ਉਹ ਤੇਰੇ ਘਰ ਵਿੱਚ, ਤੇਰੇ ਅੰਦਰ ਹੈ। ਯਾਦ ਰੱਖਣਾ, ਅਸੀਂ ਤਲਾਸ਼ ਕੀ ਕਰਦੇ? ਇਹ ਦੇਖਣਾ ਸਾਡਾ ਆਪਣਾ ਫਰਜ਼ ਹੈ ਕਿ ਆਖਰ ਸਾਡੀ ਅਲਟੀਮੇਟ ਡਿਮਾਂਡ ਕੀ, ਤਲਾਸ਼ ਕੀ ਹੈ। ਲੋਕ ਕਹਿਣਗੇ ਸੁੱਖ, ਕੋਈ ਕਹੇਗਾ ਪੈਸਾ ਰੁਪਇਆ ਪੈਸਾ ਡਿਮਾਂਡ ਹੈ ਸਾਡੀ, ਜ਼ਰੂਰਤ ਹੈ ਸਾਡੀ, ਪਰ ਵੇਖਣਾ ਨਹੀਂ। ਰੁਪਇਆ ਪੈਸਾ ਇੱਕ ਡਿਮਾਂਡ, ਇੱਕ ਸੀਮਾ ਤੱਕ ਹੈ, ਇੱਕ ਹੱਦ ਤੱਕ ਹੈ। ਜਿਨ੍ਹਾਂ ਦੇ ਕੋਲ ਬਹੁਤ ਪੈਸਾ, ਫਿਰ ਤੇ ਉਹਨਾਂ ਦੀ ਕੋਈ ਮੰਗ ਡਿਮਾਂਡ ਹੋਣੀ ਨਹੀਂ ਚਾਹੀਦੀ। ਜਿਹਨਾਂ ਨੂੰ ਆਪਾਂ ਕਰੋੜਪਤੀ ਕਹਿੰਦੇ ਹਾਂ, ਧਨਾੜ ਕਿਹਾ ਜਾਂਦਾ ਹੈ, ਫਿਰ ਤੇ ਉਹਨਾਂ ਦੀ ਕੋਈ ਮੰਗ ਹੋਣੀ ਨਹੀਂ ਚਾਹੀਦੀ। ਨਹੀਂ, ਮੰਗ ਉਹਨਾਂ ਦੀ ਵੀ। ਇਹਦਾ ਮਤਲਬ ਹੈ ਕਿ ਤੁਹਾਡੀ ਮੰਗ, ਸਾਡੀ ਮੰਗ ਕੁਛ ਹੋਰ ਹੈ। ਤੇ ਸਾਡੀ ਮੰਗ ਸਾਰਿਆਂ ਦੀ ਜੇ ਸ਼ਾਂਤੀ, ਸਾਡੀ ਸਾਰਿਆਂ ਦੀ ਮੰਗ ਹੈ ਸੁੱਖ। ਯਾਦ ਰੱਖਣਾ,
शरीर की मंग भोजन है। सियाणे इंज समझाते ने, शरीर की मंग भोजन ही है, बस तारी बस। ये बहुत सारी मंगा नहीं किया, इनू भोजन मिल जाए, इनू सर्दी गर्मी ते बचाव वास्ते कपड़ा मिल जाए, शरीर की मंग बहुत है, इन्ना क बहुत है, गुजारे चागा। मन नूं की चाहिए जी? मन सुख चाहिए बस, मन की होर कोई मंग नहीं की। मन केवल सुख भालदा जी, क्योंकि मन का जो अनुभव है वो केवल ते सुख ते दुख का ही है। मन दे कोई तीसरा अनुभव नहीं होंदा। किते बैठा सुखी होंदा, कदे बैठा दुखी होंदा। आपां इत्थे बैठे घरां 'च देखदे हां, साडे घरां 'च बिस्तर ते बैठे होने आ, वधिया एसी लगा है, ढोला के बैठे हैं, खाण पीण है, पर फिर भी दुखी हाँ। तो किसी के कोल वेखिए रड़े जमीन पर बैठा होया, खाण नूं पूरा नहीं है, सराहने रखने लई इट भोए भी नहीं है, पर फिर भी सुखी है। क्योंकि सुख अते दुख ये मन का अनुभव है। शरीर का अनुभव भुख है, तो सर्दी गर्मी है, तृप्ति इन्ना को है। मन का तो आत्म का अनुभव आनंद है। आत्मा की भुख आनंद है, आत्मा की मंग आनंद है। तो जे आनंद ना मिले तो बेचैनी है, अतृप्ति है। बेचैन आत्मावां, भटकदी आत्मावां ने। आत्मा की जो भटकना तो निजात पाउण की डिमांड है, जो मंग है, वो आनंद है। मन की मंग सुख है, तन की मंग भोजन है। बस सानू पता होना चाहिए साडी की मंग की है, आखिरी सानू की चाहिए है। तो सानू आखिरी आनंद चाहिए है। आनंद कित्थे आएगा? ये अलग अलग असीं वेखे है, पढ़ के सुन के हैरान हो जाइए। भगती खेत्र के लोग तन नूं पीड़ित करके आनंद लभदे ने। बहुत सारे असीं टीका टिप्पणी करांगे भी इदां क्यों करदे, इदां क्यों करदे। नहीं, क्यों नहीं करदे, उन्हां नूं आनंद चाहिदा है। तो उन्हां दे दिलो दिमाग 'च ये गल टिक गई है कि इसे रस्ते तो गुजर के आनंद मिलता है। तो अपने तन नूं पीड़ित करते हैं। आ वेखिया होना साडे नेड़े कदे कदे मुहर्रम ते ताज़ियां दे दरम्यान दे उन्हां दे जुलूसां नूं देखिए, अपने शरीर नूं लहू लुहान कीता हुंदा, या हुसैन कह के याद करते हैं। ठीक है, वो इतिहासक पक्ष हो, अपना चंगा होएगा तो कोई टीका टिप्पणी साडी नहीं, पर तन नूं पीड़ित कर रहे हैं, अपने तन नूं आप चोट लगा रहे हैं। क्यों? मन नूं सकून मिलता है अंदर, उन्हां दे अंदर जो जीवात्मा है उसनूं थोड़ा जिहा सकून मिलता है। असीं वेखिया लोकां नूं आ किते जिन्होंने ਅਸੀਂ इतिहास कहने हैं, भगती खेत्र पढ़ के देखी संसार का, लोग त्रिशूल अपने मूँह 'च खोभी बैठे ने, किल ठोकी बैठे ने, गल्लां 'च मार पार सरिये कर बैठे ने, पिंड ते कंडे ते खल विच हुक टंग टंग के लोग बैठे ने। क्यों बैठे ने? पुछी पीड़ा नहीं होंदी है, पर वो आनंद लभण दी शायद आ थोड़ी जी तन की पीड़ा झलवांगे तो आत्मा नूं आनंद तो मिलेगा ना। आत्मक आनंद की खोज विच ही ये सब कुछ लोग करते हैं। गुरबाणी इसका जिक्र है कि संसार ने हे प्रभु तेरी बख्शिश नूं प्राप्त करो तो देवतियां दुख भूख तीर्थ किए। आ दुख सह लोगों ने, भुख सही लोगों ने, लोग नंगे पैरीं तुरे फिरदे ने, खाना छड्डिया पिया है, बस्तर छड्डे पे ने, घर छड्डिया पिया है, सौना छड्डिया, जागना छड्डिया, पता नहीं की लोगों छड्डिया। पूछे क्यों? परमात्मा चाहिए है, तो परमात्मा ते आनंद है। सतगुर कह लगे दा भटकिया नहीं मिलना, तू टिक। महाराज कित्थे टिका? कह लगे अपने घर विच टिक। अपना घर किहड़ा? तो पत्थर नहीं, इट पत्थर नूं घर नहीं कहिंदे, तो ते मकान हुंदे ने। घर किहड़ा है महाराज? आ शरीर ही घर तेरा। हरमंदर हरजू साजिया, कहंदे ना हरमंदर दा घर है, तो हरमंदर किहड़ा है? ठीक है, सानूं बना के दिता है श्री अंमृतसर शहर विच। नहीं, वो बनन तो पहला भी हरमंदर शब्द महाराज ने बारह बाणी दर्ज किया। ये हरमंदर ये शरीर है, करते ने अपने टिकाने वास्ते यह सुंदर शरीर बना दिता। दार्शनिक लोग थोड़ा जिहा मजाकिया ढंग नाल समझाते ना, गल तो हासे च पा देंदे ने कई बार। तो गल करते करते गल कमाल दी कि जो संसार की रचना रच ली करते ने, तो देखिया सारे जी अपने सिरजनहार की तलाश करन लग पे। तमाम जियां की रचना कर दी, तो सारे जी अपने सिरजनहार की तलाश कर लगे। हुण सिरजनहार किनू मिले? सारे नूं मिले? बड़ा मुश्किल है। कित्थे जावे, कित्थे बैठे भी, जिथे कोई बिरला टावा पहुँचे
कहने लगे जो तलाश करता पिया ना ये हिरदे च बैठ जाना। ये नहीं बार बार तलाशते रहना। कोई बिरला टावा होएगा जो बाहर की तलाश छड्ड के अपने हिरदे की तलाश करेगा। साडे गुरमुख शब्दावली अंतरमुखी होना कहिंदे ने प्यारिओ। आनंद लेना है तो आनंद की प्राप्ति वास्ते बाहर भटकण की जरूरत नहीं। हाँ, धन की कमाई करनी है, समाजिकता के करतब करने ने, जो सेवावां नाल संबंधित ने, उहदे वास्ते तो घरों बाहर जाना पैना। वो धर्म है, याद रखना, वो धर्म है साडा। असी की करना, समाज विच की करना, धीआं पुत्रां भैणां भरावां वास्ते की करना जे, समाज विच की करना जे, अपने होर जो जो साडे समाजिक संबंध ने उहदे वास्ते की करना, धन कमाउणा, नौकरी चाकरी व्यापार खेती करनी, वो धर्म है साडा। धर्म निभाओ, पर ये मत ख्याल करना कि धर्म निभांदियां निभांदियां तुहानूं ये मिलेगा। नहीं, तुहानूं उहदे वास्ते ये सब कुछ करदियां होइयां भी एक काम होर करना है, जिसनों गुरु नानक पातशाह साहब जी ने दूजे कदम ते रखे है। पहला सब ने किरत करो, आ धीआं पुत्र भैन भरा समाज जो कुछ भी इहदे नाल जुड़े रहने वास्ते किरत करो। दूजा स्टैप है सिमरन करो, नाम जपो। किरत करदियां होइयां ध्यान तुहाडा कित्थे होवे, वो अपने ते होवे, अपने हिरदे च। तैनूं समझ आ जाए कि जिस आनंद की प्राप्ति करनी है ना, वो आनंद मेरे हिरदे विच है। इसे करके सानू कहा भाई तू किरत करदियां करदियां अपना ध्यान निरंकार वाल जोड़ी रख। बड़ा प्यारा वचन अगे जाके असीं पढ़ांगे। दो भगतां दा आपस दा संवाद है जो साडे वास्ते बहुत कीमती है। भगत नामदेव साहब जी का ते भगत त्रिलोचन जी का। उमरां करके थोड़ा वड्डे छोटे ने, संवाद हुंदे ने आपस विच। भगत त्रिलोचन नामदेव जी की महिमा सुनते ने, महिमा सुन के दर्शन करन जाते ने। अगे देखते हैं कि वो जो महिमा सुनी सी तो कुछ भी नहीं गा। महिमा तो सुनी सी नामदेव बड़ा वड्डा तपस्वी है जी, बड़ी भगती करते हैं, बड़ा नाम जपते हैं, परमात्मा के प्रतख दर्शन होंदे ने। इन्हों जद टिकते ने परमात्मा प्रतख हो जाता है। अगे दे देखा एक बजुर्ग जिहा बंदा है, बस कपड़ियां के थान से बैठा तो छप रंग छप रहा, तो छप्पे ला रहे, रंग लगा रहे। हैरान हो गया। एक पल दो पल घड़ी अद्धी घड़ी देखिया, उत्ते कपड़ियां तो फुरसत ही कोई नहीं। उन्होंने रंग लाई जाता, रंगी जाता, रंगी जाता। बेचैन हो उठिया, कहने लगा मैं सुनिया सी भगत है, पर तू तो भगत नहीं है। इदां थोड़ा भगती होंदी है। मतलब काहे छिपो छाइले, अकी सारा दिन कपड़े रंगी जाना, कपड़े रंगी जाना, आराम ना लावो चीत। नामा कहे त्रिलोचन सुनो, ये सुन ध्यान देना, करता की है। नामदेव कहने लगे त्रिलोचन तू की देखे आई? कहने लगा देखिया किरत विच मशगूल हो, कोई आया गया तुहानूं खबर नहीं, किसी नूं जलपान की तुहानूं खबर नहीं, जो समाज विच एक जरूरी शिष्टाचार है ਉਹਦੀ भी पूरी खबर नहीं है। बस कपड़ियां ते रंग ते कपड़े ते रंग, परमात्मा भुल गया ही। बड़े प्यार नाल कहण लगे त्रिलोचन हाथ पाओ कर काम सब चीत निरंजन नाल। हत्थां पैरां नाल परमात्मा नहीं पकड़ीदा, ते ना कदे ना हत्थां नाल परमात्मा पकड़ चाउणा है। हत्थां नाल ते किरती करनी है, अपने कार विहार च चित रख, पर चित निरंजन ना ला दे। बस यही भगती का बारीक सूत्र है। इतिहास में पढ़िया होना, जदों पंचम पातशाह साहिब जी सरोवर की सेवा करवा रहे सन, अज इत्थे हुण हरियाणा बनिया है, आकरनाला दकदारा के इत्थे बड़े उस वक्त सूफियाना अंदाज के भगत रहिंदे सन। एक साधु आ गया, आके कोल खलो गया, पछाणदा नहीं सी पहलां किहड़े गुरु अर्जन देव जी ने, क्योंकि गुरु अर्जन देव जी अजकल के संतां वांग थोड़ा ना कि वड्डे वड्डे चोले पा के तो वखरा ढांचा नहीं, जिथे कार सेवा हो रही, कारीगर सेवक काम करने विच ही खड़े ने। तो लौड़ा वेला जो सी कि शाम पई हुई है, जाके देखिया कारीगर जिन्हें इट्टां लाइयां सी सरोवर की परिक्रमा नूं पक्किया अंदर करने वास्ते, उन्हें कुछ मसाला घट वध लाया, इट्टां कच्चियां ला दित्तियां ने। उन्होंने कहना भाई आ इट्टां दोबारा उधेड़, तूं पीलियां इट्टां लातियां, तैनूं पक्का सरोवर बनना सदियां तक दा, ते कच्चियां इट्टां नहीं पक्कियां चाहिदियां ने, उधेड़ दे। थोड़ा जहा प्रबंध की सख्त लहजे कह रहे हैं, सब दोबारा उधेड़ो, दोबारा लगाओ। वो देख रहे सुनिया सी ये गुरु नानक दा कार्य बड़े त्यागी ने, ते बड़े संत ने, ते बड़े बंदगी वाले ने, ते बड़ी बाणी उचारते ने, बड़ा कुछ है।
सेवादार ने पूछता भी यही ने गुरु अर्जन देव जी? सब ने कहा जी हाँ यही ने, वो देख काम करवा रहे हैं। जो महाराज थोड़ा जा अपने कारीगर सेवकों तो फुरसत पा के पिछे भाव के देखिया, कोल खड़ा है। महाराज कहने लगे आओ भाई संतो, कहने लगा की आना सी, जो सोचा सी तो कुछ भी नहीं। महाराज कहने लगे की देख लिया भाई? कहने लगे महिमा बड़ी तुहाडी सोहनी, बड़ी दूर तक तारीफ है तुहाडी, गुरु नानक दी गद्दी, रामदास गुरु दा घर, पर तुसीं ते हिट पत्थरां 'च ही खत्म हो गया। महाराज हस पे, कहने लगे बस इन्ना कु देखे आई? कहने लगा होर की देखना सी? महाराज बड़े प्यार नाल महाराज कि लोगों सिमरा ठाठा बागा, आ जो तू देखे तो साडा ठाठा बागा है। तो ठाठा बागा हुंदा बाहरला करतब, जो हासे मजाक च आपां कदे कदे अपने सज्जन मित्रों बड़िया वड्डिया वड्डिया गल्लां कह दें तो कि इदां थोड़ा कर लईदा, सब नूं पता है कि ठट्ठा करदे ने, हासा मजाक है। क्योंकि लोगों ने सिमरा ठाठा बागा, राम नाम मेरा मन लागा। पावन बाणी च लभ के देखना बड़िया प्यारी तुकन, लोगों ने सिमरा ठाठा बागा, राम नाम मेरा मन लागा। कहने लगे मन करके परमात्मा ने जुड़ीदा है, किरत करके तो संसार ना जुड़े। याद रखना किरत संसार ना जोड़ती है तो कीर्ति निरंकार ना जोड़ देती है। महाराज कहने लगे तेरे अंदर निरंकार ने अपना खजाना पा दिता है, तो उस खजाने को प्राप्त करने वास्ते कीर्ति करया कर। तेरे अंदर निधान है। याद रखना इस आनंद को प्राप्त करने वास्ते बाहर मत जाई। बाहर धन प्राप्त करने वास्ते जा, बाहर संसार के संबंधों वास्ते जा, बाहर किरत करने वास्ते जा, बाहर दौड़ भज, लेकिन तेरी किरत की दौड़ भज वे। किरत के बधे हुए देश प्रदेश जाना पैंदा है। ये कोई महाराज ने जिक्र किया है, असीं देश छोड़ते हैं, प्रदेश जाते हैं। क्यों जाते हो? किरत के बहांदे हैं। जहाँ दाने तहाँ खाने, नानका सच है। क्योंकि साढ़े हाथ वस नहीं है, नक नथ खसम हथ किरत धक्के दे, जहाँ दाने तहाँ खाने, नानका सच है। ये तो सच है। जिथे जिथे तुहाडे दाने ने किरत दे, तुहानूं जाना पैना। जमीन ने चल के नहीं आना। जिस सरजमीन ते जाके तुसां कुछ कर गुजरना है, उत्थे जाना पैना है। इस करके बाहरली क्रिया तो तेरी मुबारक हुए संसार दे नाल, पर चेता रखना आनंद की प्राप्ति लिए तू किते न जाए। आनंद की प्राप्ति लिए तेन किते जाने की जरूरत नहीं है, क्योंकि आनंद तेरे हिरदे दे विच है। बस अपने मन नूं टिका, मन की भटकना रोक, तन की भटकना मत रोकना, तन की भटकना रोक लेना। असी तन नूं ही रोकते रोकते रह गए हाँ। अज जिन्ने सन्यासी ने, जिन्ने बैरागी ने, जिन्ने जोगी ने, ये सब तन नूं रोक बैठे ने, मन नहीं रुकिया। महाराज कहने लगे तन क्रिया करे, किरत करे, मन रुक जाए। जदों तन क्रिया करता है तो मन रुक जाता है, फिर यात्रा ढंग दे नाल होंदी है। तो जे तन दे नाल मन भी दौड़ पे तो फिर यात्रा नहीं होंदी। महाराज कहने लगे इस करके तू बाहर वस्तु ना भाल, आनंद रूप वस्तु को प्राप्त करना चाहना है तो बाहर नहीं मिलेगी। वो कित्थे बाबा? कहने लगे तेरे हिरदे विच। उस करता पुरख ने तेरे हिरदे च वो बख्शिश पा दी है। जिस जल निध कारण तुम जग आए, जिस प्राप्ति करने वास्ते तुसी जगत विच आए हो, सो अमृत गुर पाही जियो, छोड़ो देश वेश उतराई, घर अमृत घट माही जियो। ये अमृत जिहड़ा तेरे हिरदे विच है, तेरे अंदर है, टिक जा। महाराज किदां टिका? कहने लगे सुन, अंदर जो अपने ध्यान नूं टिका, अपने आप ख्यालों च टिक जा। अंदर जो भावे सो पहुँच तू, फिर तेरे अंदर इन्ना कुछ है जो मर्जी प्राप्त कर, जैसा मर्जी। क्योंकि आनंद की कोई परिभाषा नहीं है। तो आनंद किस तरह प्राप्त होता है, एक जरूरी नहीं है किसी को कीर्तन सुन के आनंद आता है, किसी को कीर्तन करके आनंद आता है, किसी को पाठ करके आता है, किसी को सुन के आता है। कोई जप बोल के करता है, कोई बोल के नहीं करता। किसी को कथा करके आता आनंद, किसी को सुन के आता है। कोई कहता नहीं जी मैंने तो अखा मीट के बैठ लैन दो, ये च आनंद आता है। कोई संगीत सुन के आनंद माणदा है, कोई दरियावां के किनारे बैठा आनंद माणदा है। आनंद की कोई अलग जगह नहीं, किते आनंद हर थां ते रूप है। बस तेरा मन टिकिया होना चाहिए। जे तू टिकिया होया है तो सरपट दौड़ती रेलगड्डी के पहियों की टक टक की आवाज़ विचों भी आनंद है। जे तू टिकिया होया तो पक्षियों की आवाज़ विच भी आनंद है। बस बशर्ते तू आनंद अंदर टिकिया होवे, फिर तो बाहर सारा संगीत है। पावन बाणी च पढ़िया होना
ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਮੇਲੇ 'ਤੇ ਪੰਚਮ ਪਾਤਸ਼ਾਹ ਸਾਹਿਬ ਜੀ ਉਸ ਸਮੇਂ 'ਤੇ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਅਜੇ ਇਹ ਰਚਨਾ ਨਹੀਂ ਹੋਈ, ਸਰੋਵਰ ਦੀ ਰਚਨਾ ਬਣ ਰਹੀ ਹੈ ਅਤੇ ਥੜਾ ਖਾਲੀ ਜਿੱਥੇ ਅਸੀਂ ਪੜ੍ਹਦੇ ਨਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਅੰਮ੍ਰਿਤ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਇੱਥੇ ਸੰਧਿਆ ਕੇ ਦੀਵਾਨ ਸਾਜਦੇ ਸਨ। ਉੱਚੀ ਉੱਚੀ ਕੀਰਤਨ ਕੀਤਾ ਕਿੰਨਾ ਕੁ ਜਾਏਗਾ। ਹੁਣ ਤਾਂ ਸਾਡੇ ਕੋਲ ਸਪੀਕਰ ਨੇ, ਪਾਠੀ ਪਾਠ ਕਰੇ ਤੇ ਕਿੰਨੀ ਕੁ ਦੂਰ ਤੱਕ ਆਵਾਜ਼ ਜਾਏਗੀ? 10 ਫੁੱਟ 20 ਫੁੱਟ 50 ਫੁੱਟ। ਪਰਿਕਰਮਾ ਕਿਤਨੀ ਵੱਡੀ ਹੈ। ਸੋਦਰ ਦਾ ਪਾਠ ਬੈਠ ਕੇ ਕੀਤਾ ਜਾਂਦਾ। ਸੋਦਰ ਦਾ ਪਾਠ ਕਰਨ ਕੋਈ ਵਿਅਕਤੀ ਹੋਵੇਗਾ ਨਾ, ਸੇਵਾਦਾਰੀ ਕੋਈ ਪੈਰਾ ਹੋਏਗਾ, ਕਿੰਨੀ ਕੁ ਦੂਰ ਤੱਕ ਆਵਾਜ਼ ਬੋਲੇਗਾ। ਅਤੇ ਡਿਉੜੀ ਤੇ ਬੇਰੀ ਹੈ, ਕਿਉਂਕਿ ਬਹੁਤ ਬੇਰੀਆਂ ਸਨ ਉਦੋਂ। ਦੂਜੇ ਪਾਸੇ ਬਾਬਾ ਬੁੱਢਾ ਸਾਹਿਬ ਦੀ ਬੇਰੀ, ਇੱਕ ਪਾਸੇ ਦੁੱਖ ਪੰਜਨੀ ਬੇਰੀ ਹੈ। ਇਹ ਬੇਰੀਆਂ ਦਾ ਝੁਰਮਟ ਸੀ ਅਤੇ ਸਭ ਨੂੰ ਪਤਾ ਕਿ ਬੇਰੀਆਂ ਦੇ ਝੁਰਮਟ 'ਤੇ ਨਿੱਕੀ ਨਿੱਕੀ ਚਿੜੀਆਂ ਸ਼ਾਮ ਨੂੰ ਆ ਬਹਿੰਦੀਆਂ ਨੇ, ਕਿਉਂਕਿ ਬੇਰੀਆਂ ਦਾ ਇੱਕ ਸੁਰੱਖਿਆ ਕਵਚ ਹੁੰਦਾ ਹੈ। ਕੰਡੇ ਹੋਣ ਕਰਕੇ ਸੱਪ ਛੀਂ ਤੋਂ ਬਚਾਏ, ਬਾਹਰਲੇ ਪੰਛੀ ਆਦਿਕ ਇਹ ਪੰਛੀਆਂ ਨਹੀਂ ਮਾਰ ਸਕਦੇ। ਇਸ ਕਰਕੇ ਛੋਟੀਆਂ ਚਿੜੀਆਂ ਅਕਸਰ ਬੇਰੀਆਂ ਦੀ ਸ਼ਰਨ ਲੈਂਦੀਆਂ, ਕਿਉਂਕਿ ਉਹਦੇ ਕੰਡੇ ਉਹਨਾਂ ਦਾ ਸੁਰੱਖਿਆ ਕਵਚ ਬਣ ਜਾਂਦੇ ਨੇ। ਪਰ ਜਦੋਂ ਸ਼ਾਮ ਨੂੰ ਉਹ ਬੈਠਦੀਆਂ ਨੇ ਤਾਂ ਪੰਛੀ ਨੇ ਨਾ, ਇੱਕ ਉਹਨਾਂ ਦਾ ਆਪਣਾ ਸ਼ੋਰ ਹੁੰਦਾ, ਆਪਣਾ ਕਰਲਬ ਹੁੰਦਾ, ਇੱਕ ਆਵਾਜ਼ ਹੁੰਦੀ ਹੈ। ਸਾਡੇ ਵਰਗੇ ਸੇਵਕ ਕਹਿਣ ਲੱਗੇ, ਮਹਾਰਾਜ ਜਦੋਂ ਸ਼ਾਮ ਨੂੰ ਪਾਠ ਹੁੰਦਾ ਹੈ ਨਾ, ਸੁਣਾਈ ਨਹੀਂ ਦਿੰਦਾ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਕਿ ਚਿੜੀਆਂ ਬੜਾ ਰੌਲਾ ਪਾਉਂਦੀਆਂ ਨੇ। ਆ ਬੇਰੀਆਂ ਤੇ ਸ਼ਾਮ ਨੂੰ ਸੰਧਿਆ ਵੇ ਉਹੀ ਸੋਦਰ ਦਾ ਵੇਲਾ ਹੁੰਦਾ ਹੈ, ਉਹ ਚਿੜੀਆਂ ਰੌਲਾ ਪਾ ਦਿੰਦੀਆਂ ਨੇ। ਕੋਈ ਸਮਝ ਹੀ ਨਹੀਂ ਆਉਂਦਾ ਪਾਠੀ ਕੀ ਪਾਠ ਕਰਦਾ ਅਤੇ ਕੀ ਕੀਰਤਨ ਕਰਦੇ, ਉਡਾ ਦਿਆ ਕਰੀਏ। ਮਹਾਰਾਜ ਕਹਿੰਦੇ ਕਿ ਨਾ, ਟਿਕ ਜਾਇਆ ਕਰੋ ਉਹਨਾਂ ਦੇ ਨਾਲ। ਤੁਹਾਨੂੰ ਨਹੀਂ ਪਤਾ, ਉਹ ਵੀ ਆਪਣੇ ਢੰਗ ਨਾਲ ਆਪਣੇ ਘਰ ਬਹਿ ਕੇ ਰੱਬ ਦਾ ਸ਼ੁਕਰਾਨਾ ਹੀ ਕਰਦੇ। ਕਦੇ ਚਿੜੀਆਂ ਦੇ ਮਨ 'ਚ ਜਾ ਕੇ ਦੇਖਣਾ, ਸਾਰਾ ਦਿਨ ਕਿਰਤ ਵਾਸਤੇ 2 ਦਾਣਿਆਂ ਵਾਸਤੇ ਵਿਚਾਰੀ ਉੱਡਦੀ ਰਹੀ ਹੈ, 2 ਦਾਣੇ ਮਿਲ ਕੇ ਸ਼ਾਮ ਨੂੰ ਆਪਣੇ ਆਲਣੇ 'ਚ ਆ ਕੇ ਸ਼ੁਕਰਾਨਾ ਕਰਦੀ ਪਈ ਹੈ। ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਜੁੜ ਕੇ ਤੇ ਦੇਖ ਇਹਨਾਂ ਦੇ ਨਾਲ, ਤੈਨੂੰ ਆਨੰਦ ਆਏਗਾ। ਅਤੇ ਆਨੰਦ ਤਾਂ ਆਏਗਾ ਜੇ ਤੂੰ ਅੰਦਰ ਟਿਕਿਆ ਹੋਏਗਾ। ਅਤੇ ਚੇਤਾ ਰੱਖਣਾ, ਜੋ ਟਿਕਿਆ ਹੋਇਆ ਨਹੀਂ ਜੇ ਨਾ, ਉਹਦੇ ਆਲੇ ਦੁਆਲੇ ਭਾਵੇਂ 10 ਵਾਜੇ ਰੱਖ ਕੇ 10 ਰਾਗੀ ਬਿਠਾ ਦਿਓ, ਉਹਨੂੰ ਕੁਛ ਨਹੀਂ ਮਿਲਣਾ। ਉਹਨੇ ਉੱਥੇ ਵੀ ਭਟਕਦੇ ਰਹਿਣਾ, ਉਹਨੂੰ ਉੱਥੇ ਵੀ ਬੋਰੀਅਤ ਹੀ ਹੋਣੀ ਆ, ਉਹਨੂੰ ਉੱਥੇ ਵੀ ਸੌਂ ਹੀ ਜਾਣਾ ਹੈ। ਜਾਂ ਉਦਾਸ ਹੋ ਕੇ ਵੱਲ ਛਲ ਕਰਕੇ ਝੱਤ ਕੱਢੇਗਾ, ਜਾਂ ਉੱਠ ਕੇ ਬਾਹਰ ਚਲਾ ਜਾਏਗਾ। ਵੇਖਿਆ ਹੁਣ ਸਾਡੇ ਇੱਥੇ ਬਹੁਤ ਸਾਰੇ ਲੋਕ ਆਉਂਦੇ ਨੇ, ਮਹਾਰਾਜ ਨੇ ਜ਼ਿਕਰ ਕੀਤਾ, ਉਹਨਾਂ ਦਾ ਹੀ ਆਨੰਦ ਖੁਰਾਕ ਇੱਥੇ ਨਹੀਂ ਹੈ। ਉਹਨਾਂ ਹੋਰੋਂ ਖਾਣਾ, ਉਹਨਾਂ ਕੁਛ ਹੋਰ ਹੀ ਖਾਣਾ ਹੁੰਦਾ ਹੈ। ਕੋਈ ਵੱਲ ਛਲ ਕਰ ਝੱਤ ਕੱਢ ਦੇ, ਕੂੜਿਆਰਾਂ ਚਿੱਤ ਉਦਾਸ, ਅਤੇ ਜਿੱਥੇ ਗੁਰਮੁਖ ਜਾਣੇ ਟਿਕ ਜਾਂਦੇ। ਮਹਾਰਾਜ ਕਹਿਣ ਲੱਗੇ ਟਿਕਿਆ ਕਰੋ, ਆਨੰਦ ਤੁਹਾਡੇ ਹਿਰਦੇ 'ਚ ਹੈ। ਹਾਂ, ਆਨੰਦ ਅਤੇ ਸਾਡੇ ਵਿਚਕਾਰ ਇੱਕ ਭਰਮ ਦਾ ਪੜਦਾ ਹੈ, ਅਗਿਆਨਤਾ ਦਾ ਪੜਦਾ ਹੈ, ਕੂੜ ਕਾ ਪੜਦਾ ਹੈ, ਜਿਹਨੂੰ ਮਹਾਰਾਜ ਨੇ ਕੂੜਾ ਕੀ ਪਾਲ ਕੇ ਹੈ। ਬਸ ਸਾਡਾ ਯਤਨ ਇਹ ਹੈ ਕਿ ਕਿਵ ਕੂੜਾ ਟੁੱਟੈ ਪਾਲ, ਉਹ ਸਾਡੇ ਕੂੜ ਦਾ ਪੜਦਾ, ਭਰਮ ਦਾ ਪੜਦਾ, ਹਉਮੈ ਦਾ ਪੜਦਾ, ਜਿਹੜਾ ਸਾਨੂੰ ਸਾਡੇ ਆਨੰਦ ਦੀ ਪ੍ਰਾਪਤੀ ਨਹੀਂ ਹੋਣ ਦੇ ਰਿਹਾ, ਉਹ ਟੁੱਟ ਜਾਏ। ਅਤੇ ਚੇਤਾ ਰੱਖਣਾ, ਉਹ ਟੁੱਟੇਗਾ ਸਿਮਰਨ ਦੀ ਚੋਟ ਦੇ ਨਾਲ। ਜਿੰਨੇ ਅਭਿਆਸੀ ਨੇ, ਜਿੰਨੇ ਵੀ ਅਭਿਆਸੀ ਵਡੇਰੇ ਹੋਏ ਨੇ, 2-3 ਨਾਮ ਸਾਡੇ ਵੱਡਿਆਂ 'ਚ ਅਕਸਰ ਅਸੀਂ ਲੈ ਲੈਂਦੇ ਹਾਂ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਨਾਮ ਲੈ ਲੈਂਦੇ ਹਾਂ, ਮਸਕੀਨ ਸਾਹਿਬ ਗਿਆਨੀ ਕਰਕੇ ਨਾਮ ਲੈ ਲੈਂਦੇ ਹਾਂ, ਭਾਈ ਜਸਵੀਰ ਸਿੰਘ ਕਰਕੇ ਨਾਮ ਲੈ ਲੈਂਦੇ ਹਾਂ। ਇਹ ਸਾਰੇ ਹੀ ਮੰਨਦੇ ਨੇ ਕਿ ਸਿਮਰਨ ਤੁਹਾਨੂੰ ਕਰਨਾ ਪੈਣਾ ਹੈ, ਔਰ ਸਿਮਰਨ ਦੀ ਚੋਟ ਦੇ ਨਾਲ ਹੀ ਤੁਹਾਡੇ ਅੰਦਰ ਦਾ ਹਉਮੈ ਦਾ ਕੜ ਟੁੱਟੇਗਾ। ਇਸ ਕਰਕੇ ਪਹਿਲਾ ਅਭਿਆਸ ਦੌਰ ਜਿਹੜਾ, ਉਹ ਤੁਹਾਨੂੰ ਬਲ ਨਾਲ ਸਿਮਰਨ ਕਰਨਾ ਪੈਣਾ। ਬਲ ਦੇ ਨਾਲ, ਇਸ ਤਰ੍ਹਾਂ ਜਿਵੇਂ ਵਦਾਨ ਵੱਜਦੇ ਨੇ, ਚੋਟ ਪੈਂਦੀ ਹੈ ਥੋੜੇ ਦੀ। ਅਭਿਆਸੀ ਮੰਨਦੇ ਨੇ ਕਿ ਵਾਹਿਗੁਰੂ ਜਪਣਾ ਅਤੇ ਧਿਆਨ ਅੰਦਰ ਰੱਖਣਾ, ਵਾਹਿਗੁਰੂ 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 ਵਾਹਿਗੁਰੂ। ਇਹ ਚੋਟ ਪਵੇ ਅੰਦਰ, ਅਤੇ ਸਭ ਨੂੰ ਪਤਾ ਹੈ ਕਿ ਜਦੋਂ ਹੌਲੀ ਹੌਲੀ ਅਭਿਆਸ ਬਣ ਜਾਂਦਾ ਅਤੇ ਫਿਰ ਆਨੰਦ ਵਧਣ ਲੱਗ ਪੈਂਦਾ। ਜਦੋਂ ਇੱਕ ਵਾਰ ਪੜਦਾ ਟੁੱਟ ਗਿਆ ਹਉਮੈ ਦਾ, ਅਤੇ ਫਿਰ ਜੋ ਮਰਜ਼ੀ ਪਦਾਰਥ ਚੱਕੀ, ਜਿੱਥੋਂ ਮਰਜ਼ੀ ਜਿਸ ਅਵਸਥਾ 'ਤੇ ਹੋਏਗਾ ਤੂੰ ਉੱਥੇ ਹੀ ਆਨੰਦ ਆਏਗਾ। ਜੋ ਭਾਵ ਹੈ ਸੋ ਪੁੰਚ ਤੂੰ। ਅਤੇ ਕਿਉਂਕਿ ਅੰਦਰ ਤੇ ਬਹੁਤ ਕੁਝ ਹੈ। ਮਹਾਰਾਜ ਨੇ ਸਾਡੇ ਵਾਸਤੇ ਇੱਕ ਬੜਾ ਪਿਆਰਾ ਬਚਨ ਕੀਤਾ ਨਾ, ਜਦੋਂ ਮੈਂ ਇਸ ਪਰਦੇ ਨੂੰ, ਇਸ ਤਾਲੇ ਨੂੰ ਖੋਲ੍ਹਿਆ ਅਤੇ ਫਿਰ ਦੇਖਿਆ ਅੰਦਰ ਤੇ ਖਜ਼ਾਨਾ ਭਰਿਆ ਪਿਆ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਪੇਰੇ ਮਨ ਭਇਆ ਨਿਧਾਨਾ। ਅਸੀਂ ਕਿਤੇ ਅੰਦਰ ਜਾ ਕੇ ਤਾਂ ਦੇਖੀਏ। ਮਹਾਰਾਜ ਕਹਿਣ ਲੱਗੇ, ਜਦੋਂ ਤੁਹਾਡੀ ਸੁਰਤ ਅੰਦਰ ਚਲੀ ਜਾਏਗੀ ਅਤੇ ਫਿਰ ਦੇਖਣਾ ਆਨੰਦ ਹੈ, ਇੰਨਾ ਖਜ਼ਾਨਾ ਭਰਿਆ ਹੈ ਅੰਮ੍ਰਿਤ ਦਾ, ਪਦਾਰਥਾਂ ਦਾ,
ਜੋ ਭਾਵੇਂ ਸੋ ਪੁੰਜ ਤੂੰ, ਗੁਰਮੁਖ ਨਦਰ ਨਿਹਾਲ। ਬਸ ਇੱਕ ਚੇਤਾ ਰੱਖਣਾ, ਗੁਰਮੁਖ ਬਣ ਜਾਣਾ। ਬਿਨਾਂ ਗੁਰਮੁਖ ਬਣਿਆ ਤੋਂ ਇਹ ਆਨੰਦ ਦੀ ਪ੍ਰਾਪਤੀ ਨਹੀਂ ਹੋਣੀ। ਭਾਈ ਸਾਹਿਬ ਜੀ ਇੱਕ ਬੜਾ ਪਿਆਰਾ ਐਗਜ਼ਾਮਪਲ ਵਰਤੇ ਹੁੰਦੇ ਸੀ, ਆਨੰਦ ਕਿਵੇਂ ਪ੍ਰਾਪਤ ਕਰੀਏ। ਆ ਬਚਨ ਹੈ ਕਦੇ ਕਦੇ ਪਾਵਨ ਬਾਣੀ 'ਚ ਪੜ੍ਹਨਾ। ਆ ਹੁਣ ਬੱਦਲ ਆਏ, ਮੀਂਹ ਪੈਂਦਾ ਹੈ, ਕਿ ਧਰਤੀ ਦਾ ਪਾਣੀ ਮੁੱਕ ਗਿਆ? जैसे धरती ऊपर मेघुला बरसत है, क्या धरती मध्य पानी नहीं? कि धरती का पानी खत्म हो गया जो मेघा नूं बरसना पै रहा है? तो जवाब है नहीं, धरती 'च पानी भी हैगा, पर क्यों सानू नहीं मिलता? क्योंकि डूंगा चला गया, साडे ते दूरी पैदा हो गई। तो सियाणिਆਂ की कीता, ये धरती विच एक होल कीता जिन्हों खूह पुट्टिया। अज असीं बोरिंग करना कहने। भाई साहब जी इस जमाने के मुताबिक कहते होंदे सी, भाई तुसीं कारीगर नूं बुलाते हो, कारीगर अपना साजो समान मशीनरी लैके घर आ जाता है, एक जगह ते बोरिंग कर देंदा है, बोरिंग करन तो बाद उत्ते एक पाइप लगा देंदा है, पाइप के उत्ते एक मशीन लगा देंदा है, मशीन के उत्तों पानी पाउंदा है, तो हाथी चलांदा है, कहने लगा भाई देख मैं उत्तों पानी पा के एक बार इहदे चों धरती ला पानी तैनूं प्राप्त करा दिता है, हुण तूं ये हाथी गेड़दा रहे, नलका गेड़दा रहे, तैनूं पानी मिलता रहेगा। जदों तक तैनूं पानी चाहिए नलका गेड़दा रहेगा तो पानी मिलता रहेगा। जे तू नलका गेड़ना बंद कर देवेगा तो पानी आना बंद हो जाएगा। पक्का असूल है ना, मोटर चलानी बंद कर दिओ, पानी मिलना बंद हो जाएगा। चेता रखना, सिमरन की मोटर चलाते रहोगे तो अंदर का अमृत संबंधित बनया रहेगा। सिमरन की मोटर बंद कर दोगे, ये श्वासां की हथी मारनी बंद कर दोगे तो अंदर का अमृत भी नहीं मिलेगा। महाराज भी कहते अंदर खूटा अमृत भरिया, शब्द काट पिए पनहारी। खूह भरे अमृत करते किते गुर कृपा कर सानू सब नूं प्राप्त होवे। ये जुगत समझ आ जाए कि असीं कुछ समय ही सही पहला ध्यान ना जप के बैठ के जपीए, फिर उठत बैठत सोवत तिहाइए मार्ग चलत हरे हर गाइए। आ किते कर सकीए अपने कदम ताल दे नाल। आप पातर सिंह की जीवनी कितने कहानी पढ़ के देखना। अब फौजी लोग करते ना लैफ्ट राइट बच्चे परेड करते हैं, बस कदम ताल बनाना। एक कदम के नाल सतनाम, दूजे ना वाहिगुरु सतनाम वाहिगुरु सतनाम वाहिगुरु सतनाम वाहिगुरु। हज़ारां मील का सफ़र कर गए, ना थकान ना उकताहट, कितने सजी पहुँच सकीए। कहने लगे गुरमुख बन जा, तो जो गुरमुख बनेगा फिर निहाल, गुरमुख नदर निहाल। अंदर पहुँचते सही गुरु की नदर निहाल कर देंदी है। टिकते सी टिकियां ते ही नदर पैंदी। याद रखना, करते की दृष्टि प्रेम दृष्टि उन्हां ते पैंदी है जो करते के घर टिक जाते हैं। गुरमुख नदर निहाल मन मेरे, गुरमुखां की दृष्टि दे नाल देख मेरे मना। अंतर हर नाम सखाई, तेरे अंदर वाहिगुरु जी के नाम का खजाना है। तो केवल खजाना नहीं, सखाई भी है, सहायता भी करता है। पर दूजे पासे कहने लगे मनमुख अंधले ज्ञान वे होने, दूजे पाए खुआई। आ मन दे मर्जी पिछे तुरन वाले इत्थे नहीं उत्थे जाने आनंद मिलेगा, उत्थे नहीं उत्थे जावांगे आनंद मिलेगा, इदां तुरे फिरदे ने। आ बड़े बजुर्गों को पता होगा, गन्ने के खेतों जाना नहीं, आ गन्ना चंगा नहीं, दूजा तोड़ते हैं दूजा तोड़ते हैं दूजा तोड़ते हैं, खेत चों पार लंघ जाते, गन्ना ना तोड़ पाते, क्योंकि गन्ने तो सारे मिठे ने, जिसनों भी तोड़ेगा मिठा ही है। पर नहीं आ नहीं आओ नहीं इत्थे नहीं उत्थे नहीं, मनमुख इदां ही भटकते रह जाते हैं। ज्ञान भी होने जो होए, दूजे पाए खुआई। महाराज कहणगे बिन नावै को छूटै नाही। एक चेता रखियो, नाम तो बिना किसी का छुटकारा नहीं जी। असी मोह माया के जाल च, अपने मन के हौमे के बनतरां के जाल च, मजबूरियां ते कमजोरियां के जाल च उलझ के रह गए हैं। ये तो छुटकारा नाम ते नाम करते दे असीम ताकत है, जो लोग ऊर्जा कहते हैं, लोग एनर्जी कहते हैं, सतगुरु नाम कहते हैं। उस नाम तो बिना जिसनों कहते हैं बल हुआ बंधन छुटे। ये नाम होएगा तो बंधन टुट जाएंगे, बल होएगा तो बंधन टुट जाएंगे। बिन नावै को छूटे नाही, सब बाधी जमकाल। जम ने सब नूं बने, तो जम की समा काल समा, सब ने समय नूं बने है, तो सब समय के गुलाम है। भाई नाम दे सदके समय की रेखा तो पार हो जे नानक, अंतर तेरा निधान है। सतगुर अपना नाम लैके कहते हैं भाई तेरे अंदर करते ने,
ਬਖਸ਼ਿਸ਼ ਦਾ, ਨਾਮ ਦਾ ਖਜ਼ਾਨਾ ਭਰ ਦਿੱਤਾ ਹੈ, ਤਾਕਤਾਂ ਦਾ ਖਜ਼ਾਨਾ ਭਰ ਦਿੱਤਾ ਹੈ, ਜਿਹਨੂੰ ਕਹਿ ਸਕੀ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਤੂੰ ਬਾਹਰ ਵਸਤੂ ਨ ਭਾਲ। ਇਸ ਆਨੰਦ ਨੂੰ ਖੋਜਣ ਵਾਸਤੇ, ਪ੍ਰਾਪਤ ਕਰਨ ਵਾਸਤੇ ਬਾਹਰ ਮਤ ਭਟਕਣਾ, ਆਨੰਦ ਦੀ ਪ੍ਰਾਪਤੀ ਹਿਰਦੇ 'ਚ ਹੋਣੀ ਹੈ। ਗੁਰ ਕਿਰਪਾ ਕਰਨ ਅਤੇ ਹਿਰਦੇ ਤੱਕ ਪਹੁੰਚ ਵਾਸਤੇ ਸਾਡੇ ਕੋਲ ਜੋ ਪੌੜੀ ਹੈ ਨਾ, ਉਹ ਸ਼ਬਦ ਦੀ ਪੌੜੀ ਹੈ, ਕੀਰਤਨ ਦੀ ਪੌੜੀ ਹੈ, ਕੀਰਤੀ ਦੀ ਪੌੜੀ। ਗੁਰਦੇਵ ਕਿਰਪਾ ਕਰਨ ਕਰਤੇ ਦੀ ਉਸਤਤ ਦੇ ਸਦਕੇ ਆਪਣੇ ਹਿਰਦੇ ਦੀ ਗਹਿਰਾਈਆਂ 'ਚ ਪਹੁੰਚੀਏ ਅਤੇ ਇਸ ਆਨੰਦ ਦੇ ਸਾਗਰ 'ਚ ਡੁਬਕੀ ਲਗਾ ਕੇ ਪ੍ਰਾਪਤੀ ਕਰੀਏ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।